ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਅੱਜ ਆਪਾਂ ਕਲਾਸ 10 ਦਾ ਜਿਹੜਾ ਹੈ ਸੋਸ਼ਲ ਸਾਇੰਸ ਦੀ ਇਕਨੋਮਿਕਸ ਸੈਕਸ਼ਨ ਦਾ ਨੈਕਸਟ ਚੈਪਟਰ ਬੇਟੇ ਕਰਾਂਗੇ, ਸੈਕਟਰ ਆਫ ਇੰਡੀਅਨ ਇਕੋਨਮੀ। ਵੀਡੀਓ ਥੋੜੀ ਜਿਹੀ ਲੰਬੀ ਜਾਏਗੀ ਕਿਉਂਕਿ ਚੈਪਟਰ ਕਾਫੀ ਲੰਬਾ ਹੈ, ਇਸ ਕਰਕੇ ਤੁਸੀਂ ਜਿਹੜਾ ਹੈ ਉਹ ਨਾਲ ਬਣੇ ਰਹੋ ਇਹਦੇ ਉੱਪਰ। ਸੋ ਲੈਟਸ ਸਟਾਰਟ ਦਾ ਚੈਪਟਰ ਸੈਕਟਰਸ ਆਫ ਇੰਡੀਅਨ ਇਕੋਨਮੀ। ਇਹਦੇ ਵਿੱਚ ਬੇਟੇ ਆਪਾਂ ਮੇਨਲੀ ਪੜਾਂਗੇ ਜੋ ਸਾਡੀ ਇਕਨੋਮਿਕ ਸਟਰਕਚਰ ਹੈ ਪੂਰਾ ਕੰਟਰੀ ਦਾ, ਠੀਕ ਹੈ। ਨਾਟ ਇਨ ਓਨਲੀ ਕੰਟਰੀ, ਮਤਲਬ ਓਵਰਆਲ ਜੋ ਵੀ ਇਕੋਨਮੀ ਦਾ ਸਟਰਕਚਰ ਹੁੰਦਾ ਹੈ ਉਹ ਸਾਰਾ ਇਹਦੇ ਵਿੱਚ ਹੀ ਆਏਗਾ ਬੇਟੀ। ਉਹਦੇ ਨਾਲ ਹੀ ਤੁਹਾਨੂੰ ਜਿਹੜੀਆਂ ਸਾਰੀ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਕਲੀਅਰ ਹੋ ਜਾਣਗੀਆਂ ਕਿ ਇਕੋਨਮੀ ਨੂੰ ਆਪਾਂ ਕਿਹੜੇ ਸੈਕਸ਼ਨਸ ਦੇ ਵਿੱਚ ਜਿਹੜਾ ਉਹ ਡਿਵਾਈਡ ਕਰ ਸਕਦੇ ਹਾਂ ਕਿਸੇ ਵੀ ਇਕੋਨਮੀ ਨੂੰ। ਇੰਡੀਅਨ ਇਕੋਨਮੀ ਇਸ ਕਰਕੇ ਕਿਹਾ ਹੈ ਕਿਉਂਕਿ ਆਪਾਂ ਕੰਪੈਰੀਜ਼ਨ ਜਿਹੜਾ ਉਹ ਇੰਡੀਅਨ ਇਕੋਨਮੀ ਦੇ ਅਕੋਰਡਿੰਗ ਹੀ ਕਰਾਂਗੇ ਚੈਪਟਰ ਦੇ ਵਿੱਚ। ਚੈਪਟਰ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ। ਇਕਨੋਮਿਕ ਐਕਟੀਵਿਟੀਜ਼ ਆਪਾਂ ਕਿਹਨਾਂ ਨੂੰ ਬੋਲਦੇ ਹਾਂ, ਤਾਂ ਇਕਨੋਮਿਕ ਐਕਟੀਵਿਟੀਜ਼ ਬੇਟਾ ਉਹ ਵਾਲੀਆਂ ਐਕਟੀਵਿਟੀਜ਼ ਨੇ ਵਿਚ ਕੰਟਰੀਬਿਊਟ ਦਾ ਫਲੋ ਆਫ ਗੁਡਸ ਐਂਡ ਸਰਵਿਸ ਇਨ ਐਨ ਇਕੋਨਮੀ। ਸਰਵਿਸਿਜ਼ ਜਾਂ ਗੁਡਸ ਪ੍ਰੋਡਿਊਸ ਕਰ ਰਹੀਆਂ ਹੋਣ ਜਿਹੜੀਆਂ ਵੀ ਐਕਟੀਵਿਟੀਜ਼, ਰਾਈਟ, ਉਹਨਾਂ ਨੂੰ ਅਸੀਂ ਬੋਲਦੇ ਹਾਂ ਇਕਨੋਮਿਕ ਐਕਟੀਵਿਟੀ। ਫਾਈਨਲ ਗੁਡਸ ਬੇਟੇ ਉਹ ਵਾਲੀਆਂ ਗੁਡਸ ਹੁੰਦੀਆਂ ਨੇ ਜਿਹੜੀਆਂ ਲਾਸਟ ਦੇ ਵਿੱਚ ਕਿਸੇ ਵੀ ਰॉ ਮਟੀਰੀਅਲਸ ਤੋਂ ਜਾਂ ਕੱਚੇ ਮਾਲ ਤੋਂ ਜੋ ਫਾਈਨਲੀ ਜਿਹੜੀ ਚੀਜ਼ ਤਿਆਰ ਹੁੰਦੀ ਹੈ ਔਰ ਜਿਹੜੀ ਐਂਡ ਯੂਜ਼ਰ ਹੈ ਜਿਸ ਨੂੰ ਆਪਾਂ ਅੱਗੇ ਸਿਰਫ ਕੰਜ਼ਿਊਮ ਕਰਦੇ ਹਾਂ, ਹੋਰ ਉਸ ਤੋਂ ਅੱਗੇ ਕੋਈ ਹੋਰ ਚੀਜ਼ ਨਹੀਂ ਬਣਾਈ ਜਾ ਸਕਦੀ। ਫੋਰ ਐਗਜ਼ਾਮਪਲ ਆਪਾਂ ਕੇਕ ਤਿਆਰ ਕਰਦੇ ਹੋ, ਤੁਸੀਂ ਬੇਕਰੀ ਤੋਂ ਲੈ ਕੇ ਆਉਂਦੇ ਹੋ, ਉਹਦੇ ਵਿੱਚ ਮਿਲਕ ਵਗੈਰਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਵੀਟ ਵਗੈਰਾ ਜਾਂ ਮੈਦਾ ਵਗੈਰਾ ਜੋ ਕਾਫੀ ਕੁਝ ਸ਼ੂਗਰ ਵਗੈਰਾ ਪਾਈ ਜਾਂਦੀ ਹੈ, ਫਰੂਟਸ ਵੀ ਲੱਗਦੇ ਨੇ। ਕੇਕ ਤੋਂ ਅੱਗੇ ਤੁਸੀਂ ਫਰਦਰ ਕੁਝ ਹੋਰ ਨਹੀਂ ਬਣਾ ਸਕਦੇ, ਉਸ ਨੂੰ ਸਿਰਫ ਤੁਸੀਂ ਯੂਜ਼ ਹੀ ਕਰਦੇ ਹੋ, ਕੰਜ਼ਿਊਮ ਹੀ ਕਰਦੇ ਹੋ। ਪਨੀਰ ਤੁਸੀਂ ਕੰਜ਼ਿਊਮ ਕਰਦੇ ਹੋ। ਪੈਨ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਸ਼ੌਪਸ ਤੋਂ, ਜਿਹਦੇ ਨਾਲ ਤੁਸੀਂ ਲਿਖਦੇ ਹੋ, ਤੁਸੀਂ ਉਸ ਨੂੰ ਅੱਗੇ ਸਿਰਫ ਯੂਜ਼ ਕਰਦੇ ਹੋ। ਤਾਂ ਇਹ ਹੁੰਦੀਆਂ ਨੇ ਫਾਈਨਲ ਗੁਡਸ, ਜਿਨ੍ਹਾਂ ਤੋਂ ਅੱਗੇ ਕੁਝ ਹੋਰ ਨਹੀਂ ਪ੍ਰੋਡਿਊਸ ਕੀਤਾ ਜਾਂਦਾ, ਉਹਨਾਂ ਨੂੰ ਤੁਸੀਂ ਉਸੇ ਤਰੀਕੇ ਨਾਲ ਹੀ ਯੂਜ਼ ਕਰਦੇ ਹੋ। ਇੰਟਰਮੀਡੀਏਟ ਗੁਡਸ ਹੁੰਦੀਆਂ ਨੇ, ਇਹਨਾਂ ਦੇ ਵਿਚਕਾਰ ਕੇਕ ਬਣਾਉਣ ਦੇ ਲਈ ਜਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕੀਤੀਆਂ ਉਹ ਤੁਹਾਡੀਆਂ ਇੰਟਰਮੀਡੀਏਟਡ ਗੁਡਸ ਨੇ। ਪਨੀਰ ਦੇ ਲਈ ਤੁਸੀਂ ਦੁੱਧ ਨੂੰ ਯੂਜ਼ ਕੀਤਾ, ਰਾਈਟ। ਪੈਨ ਬਣਾਉਣ ਦੇ ਲਈ ਪਲਾਸਟਿਕ, ਇੰਕ ਵਗੈਰਾ ਔਰ ਹੋਰ ਜਿਹੜੀ ਉਹ ਮੈਟਲ ਨਿਬ ਵਗੈਰਾ ਯੂਜ਼ ਕੀਤੀਆਂ, ਉਹ ਸਾਰੀਆਂ ਕੀ ਨੇ, ਇੰਟਰਮੀਡੀਏਟਡ ਜਿਹੜੀਆਂ ਨੇ ਉਹ ਗੁਡਸ ਨੇ ਬੱਚੇ। ਅਗਰ ਆਈ ਹੋਪ ਕਿ ਇਹ ਤੁਹਾਨੂੰ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਲੱਗ ਗਈ ਹੋਏਗੀ। ਹੁਣ ਫਿਰ ਆਪਾਂ ਇਸ ਤੋਂ ਬਾਅਦ ਨੈਕਸਟ ਅੱਗੇ ਚੱਲਦੇ ਹਾਂ। ਕਲਾਸੀਫਿਕੇਸ਼ਨ ਆਫ ਸੈਕਟਰਸ ਆਫ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਨੂੰ ਨਾ ਆਪਾਂ ਬੇਟੇ ਦੇਖੋ ਸੈਕਟਰਸ ਦੇ ਵਿੱਚ ਡਿਵਾਈਡ ਕਰਦੇ ਹਾਂ, ਵੱਖਰੇ ਜਿਹੜੇ ਨੇ ਇਹਦੇ। ਸਭ ਤੋਂ ਪਹਿਲਾਂ ਤਾਂ ਅਗਰ ਆਪਾਂ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਦੀ ਹੁਣੇ ਗੱਲ ਕਰਕੇ ਆਏ ਹਾਂ, ਜਿਹੜੀਆਂ ਫਲੋ ਕਰਦੀਆਂ ਨੇ ਗੁਡਸ ਨੂੰ ਔਰ ਸਰਵਿਸਿਜ਼ ਨੂੰ, ਅਗਰ ਆਪਾਂ ਉਹਨਾਂ ਦੇ ਅਕੋਰਡਿੰਗ ਇਹਨਾਂ ਦੇ ਸੈਕਟਰਸ ਦੀ ਡਿਵਾਈਡ ਕਰੀਏ ਤਾਂ ਉਹ ਮੇਨਲੀ ਬਣਦੇ ਨੇ ਇਹ ਤਿੰਨ: ਪ੍ਰਾਇਮਰੀ, ਟਰਸ਼ਰੀ, ਸੈਕੰਡਰੀ। ਪਹਿਲਾ, ਦੂਜਾ ਔਰ ਤੀਜਾ ਸੈਕਟਰ। ਇਸ ਤਰੀਕੇ ਨਾਲ ਜਿਹੜਾ ਹੈ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ। ਇੱਥੇ ਥੋੜ੍ਹਾ ਜਿਹਾ ਉੱਪਰ ਨੀਚੇ ਹੋ ਗਿਆ ਤੁਹਾਡਾ, ਸੈਕੰਡਰੀ ਨੀਚੇ ਆ ਗਿਆ ਹੈ, ਟਰਸ਼ਰੀ ਉੱਪਰ ਲਿਖਿਆ ਗਿਆ ਹੈ, ਲੇਕਿਨ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਤੁਸੀਂ ਜਿਹੜਾ ਹੈ ਉਹ ਯਾਦ ਰੱਖਣਾ ਹੈ, ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ ਸੈਕਟਰ। ਅਗਰ ਆਪਾਂ ਵੇਖੀਏ ਵਰਕਿੰਗ ਕੰਡੀਸ਼ਨ ਦੇ ਅਕੋਰਡਿੰਗ ਤਾਂ ਇਹ ਜਿਹੜੇ ਨੇ ਦੋ ਤਰੀਕੇ ਦੇ ਹੋ ਸਕਦੇ ਨੇ, ਆਰਗੇਨਾਈਜ਼ ਸੈਕਟਰ ਔਰ ਅਨਆਰਗੇਨਾਈਜ਼ ਸੈਕਟਰ। ਮੇਨਲੀ ਤੁਸੀਂ ਆਰਗੇਨਾਈਜ਼ ਸੈਕਟਰ ਨੂੰ ਕਹਿ ਸਕਦੇ ਹੋ ਗਵਰਨਮੈਂਟ ਸੈਕਟਰ, ਜਾਂ ਜਿਹਨੂੰ ਗਵਰਨਮੈਂਟ ਕੰਟਰੋਲ ਕਰਦੀ ਹੈ ਜਾਂ ਜਿੱਥੇ ਸਰਕਾਰ ਦੇ ਕਾਨੂੰਨ ਲਾਗੂ ਹੁੰਦੇ ਨੇ। ਅਨਆਰਗੇਨਾਈਜ਼ ਸੈਕਟਰ ਜਿੱਥੇ ਸਰਕਾਰ ਦੇ ਕਾਨੂੰਨ ਵਗੈਰਾ ਲਾਗੂ ਨਹੀਂ ਹੁੰਦੇ। ਓਨਰਸ਼ਿਪ ਦੇ ਅਕੋਰਡਿੰਗ ਬੇਟਾ ਅਗਰ ਆਪਾਂ ਗੱਲ ਕਰਦੇ ਹਾਂ, ਓਨਰਸ਼ਿਪ ਦੇ ਅਕੋਰਡਿੰਗ ਮਾਲਕੀ ਦੇ ਤੌਰ 'ਤੇ, ਤਾਂ ਇੱਕ ਆ ਜਾਂਦਾ ਹੈ ਪਬਲਿਕ ਸੈਕਟਰ ਤੁਹਾਡਾ, ਜਿਹਨੂੰ ਅਸੀਂ ਸਰਕਾਰੀ ਕਹਿ ਦਿੰਦੇ ਹਾਂ, ਜਿਹਦੇ ਵਿੱਚ ਸਾਰਿਆਂ ਦਾ ਹੀ ਰਾਈਟ ਹੁੰਦਾ ਹੈ, ਸਾਰੇ ਇੱਕੋ ਜਿਹੇ ਉਹਦੇ 'ਚ ਕਰਦੇ ਨੇ। ਔਰ ਇੱਕ ਆ ਜਾਂਦਾ ਹੈ ਪ੍ਰਾਈਵੇਟ ਸੈਕਟਰ। ਇੰਡੀਅਨ ਰੇਲਵੇ ਜਿਹੜੀ ਹੈ ਉਹ ਪਬਲਿਕ ਸੈਕਟਰ ਹੈ ਬੇਟਾ, ਉਹ ਸਾਰਿਆਂ ਦੇ ਨਾਲ ਬਿਲੋਂਗ ਕਰਦੀ ਹੈ ਜਿੰਨੇ ਵੀ ਇੰਡੀਆ ਦੇ ਲੋਕ ਨੇ। ਲੇਕਿਨ ਜਿਹੜੀ ਰਿਲਾਇੰਸ ਇੰਡਸਟਰੀਜ਼ ਹੈ ਉਹ ਸਿਰਫ ਅਤੇ ਸਿਰਫ ਅੰਬਾਨੀਜ਼ ਨਾਲ ਬਿਲੋਂਗ ਕਰਦੀ, ਉਹ ਸਾਰਿਆਂ ਦੀ ਨਹੀਂ ਹੈ। ਸੋ ਇਹ ਜਿਹੜਾ ਤੁਹਾਡਾ ਮਾਈਂਡ ਮੈਪ ਹੈ, ਇਹਨੂੰ ਤੁਸੀਂ ਥੋੜ੍ਹਾ ਜਿਹਾ ਸਟੱਡੀ ਕਰ ਲੈਣਾ, ਕਿਉਂਕਿ ਇੱਥੋਂ ਤੁਹਾਨੂੰ ਜਿਹੜੇ ਕੁਐਸਚਨਸ ਵਗੈਰਾ ਜਨਰਲੀ ਜਿਹੜੇ ਉਹ ਆ ਜਾਂਦੇ ਨੇ। ਇਹਦੇ ਨਾਲ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋ ਜਾਏਗਾ ਕਿ ਤੁਸੀਂ ਜਿਹੜਾ ਹੈ ਉਹ ਅੱਗੇ ਕਿਹੜੀਆਂ ਚੀਜ਼ਾਂ ਕਰਨ ਜਾ ਰਹੇ ਹੋ। ਸਭ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਬੇਟੇ ਇਹ ਵਾਲੇ ਨੂੰ ਔਨ ਦਾ ਬੇਸਿਸ ਆਫ ਇਕਨੋਮਿਕ ਐਕਟੀਵਿਟੀ ਦੇ ਉੱਪਰ। ਹਾਂਜੀ, ਇਹਦੇ ਨਾਲ ਦੇਖੋ ਆਪਾਂ ਇਹਨੂੰ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰਦੇ ਹਾਂ ਬੇਟੇ। ਸਭ ਤੋਂ ਪਹਿਲਾਂ ਤਾਂ ਆ ਜਾਂਦਾ ਤੁਹਾਡਾ ਪ੍ਰਾਇਮਰੀ ਸੈਕਟਰ। ਪ੍ਰਾਇਮਰੀ ਸੈਕਟਰ ਦੇ ਵਿੱਚ ਤੁਹਾਡੀ ਦੇਖੋ ਕਿਹੜੀਆਂ ਚੀਜ਼ਾਂ ਆ ਰਹੀਆਂ ਨੇ। ਐਗਰੀਕਲਚਰ ਆ ਰਿਹਾ ਹੈ, ਐਨੀਮਲ ਹਸਬੈਂਡਰੀ ਆ ਰਿਹਾ ਹੈ, ਮਾਈਨਿੰਗ ਵਗੈਰਾ ਆ ਰਹੀ ਹੈ ਜਿਹਦੇ ਨਾਲ ਆਪਾਂ ਕੋਲ ਕੱਢਦੇ ਹਾਂ ਨੀਚੇ ਤੋਂ, ਫਿਸ਼ਿੰਗ ਆ ਰਹੀ ਹੈ। ਸੈਕੰਡਰੀ ਦੇ ਵਿੱਚ ਆ ਰਹੀਆਂ ਨੇ ਤੁਹਾਡੀਆਂ ਮੈਨੂਫੈਕਚਰਿੰਗ ਇੰਡਸਟਰੀਜ਼, ਠੀਕ ਹੈ। ਇਹਦੇ ਵਿੱਚ ਦੇਖੋ ਆ ਜਿਹੜੀਆਂ ਤੁਹਾਡੀਆਂ ਮੈਨੂਫੈਕਚਰਿੰਗ ਇੰਡਸਟਰੀ, ਕੋਈ ਵੀ ਫੈਕਟਰੀਜ਼ ਵਗੈਰਾ, ਕੋਈ ਵੀ ਪ੍ਰੋਡਕਟਸ ਜਿਹੜੇ ਉਹ ਬਣਦੇ ਨੇ, ਵਹੀਕਲਸ ਵਗੈਰਾ ਬਣਦੇ ਨੇ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਟਰਸ਼ਰੀ ਸੈਕਟਰ ਦੇ ਵਿੱਚ ਆਉਂਦੀਆਂ ਨੇ ਸਿਰਫ ਸਰਵਿਸਿਜ਼, ਟਰਾਂਸਪੋਰਟ ਸਰਵਿਸਿਜ਼,
ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਦੇ ਲਈ, ਜਾਂ ਜਿਹੜਾ ਤੁਹਾਡਾ ਪ੍ਰਾਇਮਰੀ ਸੈਕਟਰ ਦਾ ਪ੍ਰੋਡਕਟ ਹੈ ਜਾਂ ਜੋ ਸੈਕੰਡਰੀ ਸੈਕਟਰ ਦਾ ਪ੍ਰੋਡਕਟ ਹੈ ਉਸ ਨੂੰ ਸਾਡੇ ਤੱਕ ਕੌਣ ਪਹੁੰਚਾਉਂਦੀ ਹੈ? 에ਅਰ ਟਰਾਂਸਪੋਰਟ। ਟੀਚਰ ਸਾਨੂੰ ਸਰਵਿਸਿਜ਼ ਦਿੰਦੇ ਨੇ। ਇਹ ਰਹੇ ਸਾਰੇ ਵੱਖਰੇ ਵੱਖਰੇ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਮੈਕਨੀਕਲ ਇੰਜੀਨੀਅਰ ਹੈ, ਕੋਈ ਕੁਝ ਹੈ, ਕੋਈ ਕੁਝ ਹੈ, ਕੁਝ HR ਦੇ ਨੇ। ਇਹ ਸਾਰੇ ਸਾਨੂੰ ਕੀ ਦਿੰਦੇ ਨੇ? ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ। ਡਾਕਟਰ ਕੋਲ ਜਾਂਦੇ ਆ, ਉਹ ਵੀ ਸਾਨੂੰ ਆਪਣੀ ਸਿਰਫ ਸਰਵਿਸ ਪ੍ਰੋਵਾਈਡ ਕਰਵਾਉਂਦੇ ਨੇ, ਚੈੱਕ ਕਰਦੇ ਨੇ, ਫਿਰ ਮੈਡੀਸਨ ਦਿੰਦੇ ਨੇ। ਐਡਵੋਕੇਟ ਵਕੀਲਸ ਦੇ ਕੋਲ ਜਾਂਦੇ ਆ ਬੇਟਾ, ਉਹ ਵੀ ਸਾਨੂੰ ਆਪਣੀਆਂ ਸੇਵਾਵਾਂ ਦਿੰਦੇ ਨੇ। ਟੀਚਰਸ ਵੀ ਤੁਹਾਨੂੰ ਆਪਣੀਆਂ ਸੇਵਾਵਾਂ ਹੀ ਦਿੰਦੇ ਨੇ। ਤਾਂ ਇਹ ਹੈ ਸਾਡਾ ਸਾਰਾ ਪੂਰਾ ਸਟਰਕਚਰ ਦਾ ਉਹ ਵਾਲਾ ਸਿਸਟਮ ਕਿ ਕਿਹੜੇ ਸੈਕਟਰ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ। ਲੈਟਸ ਸਟੱਡੀ 1 ਬਾਏ 1 ਇਹਨਾਂ ਨੂੰ ਆਪਾਂ ਚੈੱਕ ਕਰਦੇ ਹਾਂ। ਇੱਕ ਚੀਜ਼ ਹੋਰ ਇੱਥੇ ਯਾਦ ਰੱਖਿਓ ਕਿ ਜਿਹੜੇ ਵੀ ਪ੍ਰਾਇਮਰੀ ਔਰ ਸੈਕੰਡਰੀ ਸੈਕਟਰ ਹੁੰਦੇ ਨੇ ਨਾ, ਉਹਨਾਂ ਦੋਨਾਂ ਸੈਕਟਰ ਨੂੰ ਬਹੁਤ ਸਾਰੀ ਜਿਹੜੀ ਆ ਉਹ ਪ੍ਰੋਵਾਈਡ ਲੋੜ ਪੈਂਦੀ ਹੈ ਤੁਹਾਡੀ ਸਪੋਰਟ ਦੀ। ਤਾਂ ਉਹ ਸਪੋਰਟ ਉਹਨਾਂ ਨੂੰ ਕਿੱਥੋਂ ਆਉਂਦੀ ਹੈ? ਉਹ ਸਪੋਰਟ ਆਉਂਦੀ ਹੈ ਉਹਨਾਂ ਨੂੰ ਟਰਸ਼ਰੀ ਸੈਕਟਰ ਤੋਂ। ਪ੍ਰਾਇਮਰੀ ਸੈਕਟਰ ਦੇ ਵਿੱਚ ਫਸਲ ਉਗਾਉਣ ਲਈ ਕਿਸਾਨ ਨੂੰ ਲੋਨ ਚਾਹੀਦਾ ਹੈ, ਤਾਂ ਕਿੱਥੇ ਜਾਏਗਾ? ਬੈਂਕ ਤੋਂ। ਬੈਂਕ ਬੇਟਾ ਕਿਹਦੇ ਵਿੱਚ ਆਉਂਦੇ ਨੇ? ਟਰਸ਼ਰੀ ਸੈਕਟਰ ਦੇ ਵਿੱਚ। ਸੈਕੰਡਰੀ ਸੈਕਟਰ ਦੇ ਵਿੱਚ ਫਰਮ ਨੇ ਇਹ ਸਾਰਾ ਕੁਝ ਪ੍ਰੋਡਕਟ ਪ੍ਰੋਡਿਊਸ ਕੀਤੇ ਨੇ, ਹੋਰ ਇਹਨਾਂ ਨੂੰ ਮਾਰਕੀਟ ਤੱਕ ਪਹੁੰਚਾਉਣਾ ਹੈ ਉਹਨਾਂ ਨੇ ਟਰਾਂਸਪੋਰਟ ਦੇ ਰਾਹੀਂ। ਟਰਾਂਸਪੋਰਟ ਕਿਹਦੇ ਨਾਲ ਹੋਣੀ ਹੈ? ਟਰੱਕ ਵਗੈਰਾ ਦੇ ਨਾਲ। ਤਾਂ ਕਿਹਦੇ ਵਿੱਚ ਆਉਂਦੇ ਨੇ? ਉਹ ਟਰਸ਼ਰੀ ਸੈਕਟਰ ਦੇ ਵਿੱਚ। ਤਾਂ ਮੇਨਲੀ ਬੇਟੇ ਟਰਸ਼ਰੀ ਸੈਕਟਰ ਪਹਿਲੇ ਦੋਨੋਂ ਨੂੰ, ਪ੍ਰਾਇਮਰੀ ਔਰ ਸੈਕੰਡਰੀ ਸੈਕਟਰ ਨੂੰ ਸਪੋਰਟ ਪ੍ਰੋਵਾਈਡ ਕਰਦਾ ਹੈ। ਪ੍ਰਾਇਮਰੀ ਸੈਕਟਰ ਨੂੰ ਤੁਸੀਂ ਐਗਰੀਕਲਚਰ ਸੈਕਟਰ ਦੇ ਨਾਮ ਨਾਲ ਵੀ ਜਾਣਦੇ ਹੋ, ਸੈਕੰਡਰੀ ਸੈਕਟਰ ਨੂੰ ਆਪਾਂ ਇੰਡਸਟਰੀਅਲ ਸੈਕਟਰ ਕਹਿੰਦੇ ਹਾਂ, ਔਰ ਟਰਸ਼ਰੀ ਸੈਕਟਰ ਨੂੰ ਆਪਾਂ ਬੋਲਦੇ ਹਾਂ ਸਰਵਿਸ ਸੈਕਟਰ। ਹਾਂਜੀ, ਪ੍ਰਾਇਮਰੀ ਸੈਕਟਰ ਦੀ ਹੁਣ ਡੈਫੀਨੇਸ਼ਨ ਦੇਖੋ ਕੀ ਹੈ। ਵੈਨ ਵੀ ਪ੍ਰੋਡਿਊਸ ਅ ਗੁੱਡ ਬਾਏ ਐਕਸਪਲੋਇਟਿੰਗ ਨੈਚੁਰਲ ਰਿਸੋਰਸ, ਇਟ ਇਜ਼ ਐਨ ਐਕਟੀਵਿਟੀ ਆਫ ਪ੍ਰਾਇਮਰੀ ਸੈਕਟਰ। ਨੈਚੁਰਲ ਰਿਸੋਰਸ ਤੋਂ ਜਦੋਂ ਤੁਸੀਂ ਗੁੱਡਸ ਬਣਾ ਰਹੇ ਉਹਨਾਂ ਨੂੰ ਕਰਕੇ, ਤਾਂ ਉਹ ਬਿਲਕੁਲ ਪ੍ਰਾਇਮਰੀ ਸੈਕਟਰ ਹੈ। ਜਾਂ ਬਿਲਕੁਲ ਇਨੀਸ਼ੀਅਲ ਸਟੇਜ 'ਤੇ ਜਿਹੜੀਆਂ ਵੀ ਗੁੱਡਸ ਬਣਦੀਆਂ ਨੇ ਉਹਨਾਂ ਨੂੰ ਆਪਾਂ ਪ੍ਰਾਇਮਰੀ ਸੈਕਟਰ ਦੇ ਵਿੱਚ ਰੱਖਦੇ ਹਾਂ। ਖੇਤੀਬਾੜੀ ਬੇਟਾ ਇਹਦੇ ਵਿੱਚ ਹੀ ਆਉਂਦੀ ਹੈ, ਕਿਉਂਕਿ ਮਿੱਟੀ ਜਿਹੜੀ ਉਹ ਇੱਕ ਉਹ ਹੈ ਨੈਚੁਰਲ ਰਿਸੋਰਸ ਹੈ। ਪੇੜ ਪੌਦੇ ਨੈਚੁਰਲ ਰਿਸੋਰਸ ਨੇ, ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਉਹਨਾਂ ਦੇ ਪ੍ਰੋਡਕਟਸ ਤਿਆਰ ਕਰਦੇ ਹੋ। ਨੈਚੁਰਲ ਰਿਸੋਰਸ ਨਹੀਂ ਉੱਥੇ ਰਹਿੰਦੇ। ਮਾਈਨਿੰਗ, ਕੋਲ ਇੱਕ ਨੈਚੁਰਲ ਰਿਸੋਰਸ ਹੈ, ਸਿਰਫ ਤੁਸੀਂ ਉਹਨਾਂ ਨੂੰ ਪੁੱਟ ਕੇ ਕੱਢ ਰਹੇ ਹੋ ਉਹਦੇ ਵਿੱਚੋਂ, ਉਹ ਵੀ ਕੀ ਹੋ ਗਿਆ ਤੁਹਾਡਾ? ਬਿਲਕੁਲ ਉਹਨੂੰ ਕਹਿ ਦਿੰਦੇ ਆਪਾਂ ਪ੍ਰਾਇਮਰੀ ਸੈਕਟਰ। ਫਿਸ਼ਿੰਗ ਜਿਹੜੀ ਹੈ, ਮੱਛੀਆਂ ਵਗੈਰਾ, ਉਹ ਵੀ ਕੀ ਹੈ? ਨੈਚੁਰਲ ਪ੍ਰੋਡਕਟਸ ਨੇ, ਨੈਚੁਰਲ ਗੁੱਡਸ ਨੇ, ਰਾਈਟ। ਤਾਂ ਉਹ ਵੀ ਕਿਹਦੇ 'ਚ ਆਉਂਦਾ ਹੈ? ਪ੍ਰਾਇਮਰੀ ਸੈਕਟਰ ਦੇ ਵਿੱਚ ਹੀ ਆ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਨੈਚੁਰਲ ਰਿਸੋਰਸ ਨੂੰ ਐਕਸਪਲੋਇਟ ਕਰਕੇ ਬਣਾਉਂਦੇ ਹਾਂ ਗੁੱਡਸ, ਉਹ ਸਾਰੀਆਂ ਇਹਦੇ ਵਿੱਚ ਆਉਂਦੀਆਂ ਨੇ ਪ੍ਰਾਇਮਰੀ ਸੈਕਟਰ ਦੇ ਵਿੱਚ। ਇਹ ਡੈਫੀਨੇਸ਼ਨ ਯਾਦ ਰੱਖ ਲਿਓ, ਇਹ ਫਸਟ ਵਾਲਾ ਪੁਆਇੰਟ, ਇਹਦੇ ਤੋਂ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਹੈ। ਦਿਸ ਇਜ਼ ਬਿਕੋਜ਼ ਫॉर्म ਦ ਬੇਸ ਆਫ ਆਲ ਅਦਰ ਪ੍ਰੋਡਕਟਸ, ਔਰ ਇਹ ਬਾਕੀ ਸਾਰੇ ਪ੍ਰੋਡਕਟਸ ਦਾ ਬੇਸ ਬਣਦੇ ਨੇ ਬੇਟੇ। Most of the natural products we get are from agriculture, dairy, fishing, forestry. This sector is also called agriculture related sector. So ਇਹ ਪ੍ਰਾਇਮਰੀ ਸੈਕਟਰ ਦੇ ਬਾਰੇ ਸੀਗੀ ਗੱਲਬਾਤ। ਨੈਕਸਟ ਅੱਗੇ ਵਧਦੇ ਹਾਂ। ਸੈਕੰਡਰੀ ਸੈਕਟਰ। The secondary sector covers activity in which natural products are changed into other form through way of manufacturing that was associated with industrial activity. ਇਹਦੇ ਵਿੱਚ ਕੀ ਹੁੰਦਾ ਹੈ? ਜੋ ਵੀ ਫਸਟ ਸੈਕਟਰ ਨੇ ਪਰਫੋਰਮ ਕੀਤਾ, ਪ੍ਰਾਇਮਰੀ ਸੈਕਟਰ ਨੇ ਜੋ ਵੀ ਪ੍ਰੋਡਿਊਸ ਕੀਤਾ ਬੇਟੇ, ਉਸ ਪ੍ਰੋਡਕਸ਼ਨ ਨੂੰ ਅੱਗੇ ਲੈ ਜਾ ਕੇ ਇਹ ਜਿਹੜਾ ਹੈ ਕੁਝ ਹੋਰ ਉਹਦੇ ਉੱਪਰ ਜਿਹੜਾ ਹੈ ਐਕਸਪਲੋਇਟੇਸ਼ਨ ਕਰਕੇ ਉਹਨਾਂ ਤੋਂ ਇੱਕ ਨਵੀਂ ਚੀਜ਼ ਬਣਾਉਂਦੇ ਨੇ, ਮੈਨੂਫੈਕਚਰਿੰਗ ਕਰਦੇ ਨੇ। ਔਰ ਇਹ ਕੀ ਹੈ ਫਿਰ? ਨੈਕਸਟ ਸਟੈਪ ਹੈ ਆਫਟਰ ਪ੍ਰਾਇਮਰੀ। ਫੋਰ ਐਗਜ਼ਾਮਪਲ, ਯੂਜ਼ਿੰਗ ਕਾਟਨ ਫਾਈਬਰ ਫਰੋਮ ਦਾ ਪਲਾਂਟ ਵੀ ਸਪਿਨ yarn ਐਂਡ ਵੇਵ ਕਲੋਥ। ਕਾਟਨ ਕਿੱਥੇ ਪ੍ਰੋਡਿਊਸ ਹੁੰਦਾ ਬੇਟੇ? ਪ੍ਰਾਇਮਰੀ ਸੈਕਟਰ ਦੇ ਵਿੱਚ। ਔਰ ਉਸ ਕਾਟਨ ਤੋਂ ਬਾਅਦ ਧਾਗਾ ਬਣਾ ਕੇ ਤੇ ਕੱਪੜਾ ਕਿੱਥੇ ਬਣਦਾ ਹੈ? ਸੈਕੰਡਰੀ ਸੈਕਟਰ ਦੇ ਵਿੱਚ। ਸ਼ੂਗਰ ਕੇਨ ਜਿਹੜਾ ਹੈ ਉਹਨੂੰ, ਉਹਦੇ ਤੋਂ ਆਪਾਂ ਗੁੜ ਔਰ ਖੰਡ ਵਗੈਰਾ ਬਣਾਉਂਦੇ ਹਾਂ। ਸਿੰਸ ਦਾ ਸੈਕਟਰ ਗ੍ਰੈਜੂਅਲੀ ਬਿਕਮ ਐਸੋਸੀਏਟਡ ਵਿਦ ਡਿਫਰੈਂਟ ਕਾਈਂਡ ਆਫ ਇੰਡਸਟਰੀਜ਼ ਦੈਟ ਕਮ ਅਪ, ਇਟ ਇਜ਼ ਆਲਸੋ ਕਾਲਡ ਇੰਡਸਟਰੀਅਲ ਸੈਕਟਰ। ਸੋ ਦਿਸ ਇਜ਼ ਆਲ ਅਬਾਊਟ ਦਾ ਸੈਕੰਡਰੀ ਸੈਕਟਰ। ਮੇਨਲੀ ਇਹਦੇ ਵਿੱਚ ਕੀ ਆਉਂਦੀਆਂ ਨੇ? ਇੰਡਸਟਰੀਜ਼ ਆਉਂਦੀਆਂ ਨੇ, ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਹੈ। ਟਰਸ਼ਰੀ ਸੈਕਟਰ। Tertiary sector is different from the other two. These are activities that help in development of primary and secondary sector. ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਇਹ ਦੋਨਾਂ ਦੇ ਨਾਲੋਂ ਵੱਖਰਾ ਹੁੰਦਾ ਹੈ ਔਰ ਇਹ ਦੋਨਾਂ ਸੈਕਟਰਸ ਨੂੰ ਹੈਲਪ ਪ੍ਰੋਵਾਈਡ ਕਰਦਾ ਹੈ। ਖੇਤੀਬਾੜੀ ਦਾ ਤੁਸੀਂ ਪ੍ਰੋਡਿਊਸ ਕੀਤੀ, ਫਸਲ ਪ੍ਰੋਡਿਊਸ ਕੀਤੀ, ਹੁਣ ਉਸ ਨੂੰ ਜਿਹੜੀ ਹੈ ਤੁਸੀਂ ਘਰੇ ਥੋੜ੍ਹੀ ਨਾ ਰੱਖੋਗੇ, ਉਸ ਨੂੰ ਤੁਸੀਂ ਮਾਰਕੀਟ ਵਿੱਚ ਸੇਲ ਕਰਨਾ ਹੈ। ਮਾਰਕੀਟ ਸੇਲ ਕਰਨ ਦੇ ਲਈ ਤੁਸੀਂ ਟਰਾਂਸਪੋਰਟ ਕਰਕੇ ਲੈ ਕੇ ਜਾਂਦੇ ਹੋ, ਠੀਕ ਹੈ। ਫਿਰ ਮਾਰਕੀਟ ਦੇ ਵਿੱਚ ਜਾਂਦੇ ਹੋ, ਮਾਰਕੀਟ ਵਾਲੇ ਤੁਹਾਡੀ ਫਸਲ ਨੂੰ ਅੱਗੇ ਗਾਂ ਸੇਲ ਕਰਵਾਉਂਦੇ ਨੇ। ਜਿਹੜੀਆਂ ਹੋਰ ਏਜੰਸੀਜ਼ ਹੁੰਦੀਆਂ ਨੇ ਉਹਨਾਂ ਦੇ ਕੋਲ ਅੱਗੇ ਸੇਲ ਕਰਦੇ ਨੇ। ਉਹ ਤੁਹਾਨੂੰ ਮਾਰਕੀਟ ਵਾਲੇ ਤੁਹਾਨੂੰ ਆਪਣੀ ਸਿਰਫ ਸਰਵਿਸ ਪ੍ਰੋਵਾਈਡ ਕਰਵਾ ਰਹੇ ਨੇ।
ਫਸਲ ਨੂੰ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਤੁਹਾਨੂੰ ਦਵਾਈਆਂ ਵਗੈਰਾ ਦੀ ਜ਼ਰੂਰਤ ਪੈਂਦੀ ਹੈ। ਉਹ ਸਾਰੀਆਂ ਦਵਾਈਆਂ ਤੁਹਾਨੂੰ ਕਿਸੇ ਸ਼ਾਪ ਤੋਂ ਮਿਲ ਰਹੀਆਂ ਨੇ, ਉਹ ਵੀ ਤੁਹਾਨੂੰ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਦੇ ਰਹੇ ਨੇ। ਅਗਰ ਤੁਹਾਨੂੰ ਲੋਨ ਦੀ ਜ਼ਰੂਰਤ ਪੈ ਰਹੀ ਹੈ ਤਾਂ ਉਹ ਲੋਨ ਵੀ ਤੁਹਾਨੂੰ ਜਿਹੜਾ ਬੈਂਕ ਪ੍ਰੋਵਾਈਡ ਕਰ ਰਿਹਾ ਹੈ, ਬੈਂਕ ਤੁਹਾਨੂੰ ਇੱਕ ਸਰਵਿਸ ਦੇ ਰਿਹਾ ਹੈ। ਤਾਂ ਇਹ ਜਿਹੜੇ ਵੀ ਬੇਟਾ ਸੈਕਟਰ ਦੇ ਵਿੱਚ ਆਉਂਦੀਆਂ ਨੇ, ਜਿੰਨੀਆਂ ਵੀ ਚੀਜ਼ਾਂ ਨੇ ਟਰਸ਼ਰੀ ਸੈਕਟਰ ਦੀਆਂ, ਇਹ ਪਹਿਲੇ ਔਰ ਦੂਸਰੇ ਸੈਕਟਰ ਨੂੰ ਸਿਰਫ ਤੇ ਸਿਰਫ ਕੀ ਕਰਦੀਆਂ ਨੇ, ਸਪੋਰਟ ਕਰਦੀਆਂ ਨੇ। ਇਸ ਸੈਕਟਰ ਨੂੰ ਆਪਾਂ ਸਰਵਿਸ ਸੈਕਟਰ ਬੋਲਦੇ ਹਾਂ, ਠੀਕ ਹੈ। ਔਰ ਇਹ ਕੋਈ ਗੁਡਸ ਨਹੀਂ ਪ੍ਰੋਡਿਊਸ ਕਰਦੀਆਂ ਆਪਣੇ ਆਪ, ਇਹ ਸਿਰਫ ਸਪੋਰਟ ਦਿੰਦੀਆਂ ਨੇ ਪ੍ਰੋਡਕਸ਼ਨ ਪ੍ਰੋਸੈਸ ਨੂੰ। For example, goods that are produced in the primary or secondary sector would need to be transported by trucks or trains and then sold in wholesale and retail shop. Transport, storage, communication, banking, trade and some example of tertiary activity. ਇਹ ਸਾਰੀਆਂ ਉਹਦੀਆਂ ਐਗਜ਼ਾਮਪਲਸ ਨੇ। ਟਰਸ਼ਰੀ ਸੈਕਟਰ, ਸਰਵਿਸ ਸੈਕਟਰ ਜਿਹੜਾ ਬੇਟਾ, ਇਸ ਪਿਕਚਰ ਤੋਂ ਹੀ ਤੁਹਾਨੂੰ ਪਤਾ ਚੱਲ ਜਾਏਗਾ। ਦੇਖੋ ਡਿਫਰੈਂਟ ਤਰ੍ਹਾਂ ਦੇ ਜਿੰਨੇ ਵੀ ਉਹ ਜਿਹੜੇ ਹੁੰਦੇ ਨੇ ਤੁਹਾਡੇ ਇੰਟੈਲੈਕਚੁਅਲ ਵਗੈਰਾ, ਇਹ ਸਾਰੇ ਸਾਨੂੰ ਆਪਣੀਆਂ ਸੇਵਾਵਾਂ ਦਿੰਦੇ ਨੇ ਔਰ ਇਹਨਾਂ ਦੇ ਬਦਲੇ ਆਪਾਂ ਉਹਨਾਂ ਨੂੰ ਪੇ ਕਰਦੇ ਹਾਂ। ਸਰਵਿਸ ਸੈਕਟਰ ਆਲਸੋ ਇਨਕਲੂਡ ਸਮ ਅਸੈਂਸ਼ੀਅਲ ਸਰਵਿਸ ਦੈਟ ਮੇ ਨਾਟ ਡਾਇਰੈਕਟਲੀ ਹੈਲਪ ਇਨ ਦਾ ਪ੍ਰੋਡਕਸ਼ਨ ਆਫ ਗੁਡਸ। ਇੱਥੇ ਜਿਹੜੀਆਂ ਆ ਰਹੀਆਂ ਨੇ ਤੁਹਾਡੀਆਂ ਇਹ ਵਾਲੀਆਂ, ਦੇਖੋ ਬੇਟੇ, ਇਹ ਜਿਹੜੀਆਂ ਨੇ ਸਿਰਫ ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਨੇ, ਕੁਝ ਉਹ ਪ੍ਰੋਡਕਸ਼ਨ ਵਿੱਚ ਨਹੀਂ ਜਾਂਦੀਆਂ, ਰਾਈਟ। ਅਗਰ ਤੁਸੀਂ ਇਹਨਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਇਹ ਜਿੰਨੇ ਵੀ ਡਿਫਰੈਂਟ ਉਹ ਹੈਗੇ ਨੇ ਪ੍ਰੋਫੈਸ਼ਨਲ, ਇਹ ਸਾਰੇ ਦੇ ਸਾਰੇ ਸਾਨੂੰ ਆਪਣੀਆਂ ਸੇਵਾਵਾਂ ਹੀ ਦਿੰਦੇ ਨੇ। We require teacher, doctor and those who provide personal service such as washerman, barber, cobbler, lawyer and people to do administrative and accounting work. ਹੁਣ ਅਗਰ ਆਪਾਂ ਇਹਨਾਂ ਦੀ ਕੰਪੇਅਰਿੰਗ ਕਰਦੇ ਹਾਂ ਤਿੰਨਾਂ ਸੈਕਟਰਸ ਦੀ, ਤਾਂ ਸਭ ਤੋਂ ਪਹਿਲਾਂ ਦੇਖੋ GDP ਦੀ ਆਪਾਂ ਗੱਲ ਕਰਦੇ ਹਾਂ ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ ਸੈਕਟਰ ਦੀ 73-74 ਦੇ ਵਿੱਚ। ਤਾਂ ਦੇਖੋ ਪ੍ਰਾਇਮਰੀ ਸੈਕਟਰ ਦਾ ਯੋਗਦਾਨ ਆ ਜਿਹੜਾ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਉਹ ਜ਼ਿਆਦਾ ਹੈ, ਰਾਈਟ। ਲੇਕਿਨ ਜਿਵੇਂ ਟਾਈਮ ਵੱਧਦਾ ਗਿਆ ਹੈ ਬੇਟਾ, ਅੱਜ ਦੀ ਡੇਟ ਦੇ ਵਿੱਚ ਗੱਲ ਕਰਦੇ ਹਾਂ ਪ੍ਰੈਜ਼ੈਂਟ ਡੇ ਦੇ ਵਿੱਚ, ਤਾਂ ਟਰਸ਼ਰੀ ਸੈਕਟਰ ਦਾ ਜਿਹੜਾ ਹੈ ਉਹ ਯੋਗਦਾਨ ਉਹ ਕਿਤੇ ਜ਼ਿਆਦਾ ਵੱਧ ਹੈ। ਮਤਲਬ ਤੀਸਰਾ ਸੈਕਟਰ ਜਿਹੜਾ ਹੈ ਉਹ ਜ਼ਿਆਦਾ ਗਰੋ ਕਰ ਰਿਹਾ ਹੈ। ਸ਼ੇਅਰ ਆਫ ਸੈਕਟਰ ਇਨ GDP, ਇੱਥੋਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਦੇਖੋ ਜਿਹੜਾ ਟਰਸ਼ਰੀ ਸੈਕਟਰ ਹੈ, ਸਰਵਿਸ ਸੈਕਟਰ, ਉਸ ਦਾ ਸ਼ੇਅਰ ਜਿਹੜਾ ਹੈ GDP ਦੇ ਵਿੱਚ ਬਹੁਤ ਜ਼ਿਆਦਾ ਹੈ ਐਟ ਪ੍ਰੈਜ਼ੈਂਟ, ਜਦ ਕਿ ਪਹਿਲਾਂ ਕਿੱਦਾਂ ਹੁੰਦਾ ਸੀ ਪ੍ਰਾਇਮਰੀ ਸੈਕਟਰ ਦਾ, ਰਾਈਟ। ਬਟ ਹੌਲੀ ਜਿਹੜਾ ਹੈ ਉਹ ਇਹ ਚੀਜ਼ਾਂ ਘਟਦੀਆਂ ਗਈਆਂ, ਲੋਕ ਖੇਤੀਬਾੜੀ ਦੇ ਉੱਤੋਂ ਨਿਰਭਰਤਾ ਘਟਦੀ ਗਈ, ਖੇਤੀਬਾੜੀ ਦੀ ਪ੍ਰੋਡਕਸ਼ਨ ਉੱਦਾਂ ਹੀ ਹੈ, ਸਟਿਲ ਇੰਪਲੋਇਮੈਂਟ ਖੇਤੀਬਾੜੀ ਵਾਲਾ ਸੈਕਟਰ ਜਿਹੜਾ ਪ੍ਰਾਇਮਰੀ ਸੈਕਟਰ ਉਹੀ ਜ਼ਿਆਦਾ ਦੇ ਰਿਹਾ ਹੈ। ਬਟ ਕੁਝ ਹੋਰ ਰੀਜ਼ਨ ਨੇ ਜਿਹਦੀ ਵਜ੍ਹਾ ਦੇ ਨਾਲ ਜਿਹੜਾ ਹੈ ਉਹ ਟਰਸ਼ਰੀ ਸੈਕਟਰ ਗਰੋ ਕਰ ਰਿਹਾ ਹੈ। ਅੱਗੇ ਆਪਾਂ ਇਹਨੂੰ ਡਿਸਕਸ ਕਰਾਂਗੇ ਬੇਟੇ। ਇੰਪਲੋਇਮੈਂਟ ਦੀ ਗੱਲ ਕਰਦੇ ਹਾਂ। ਦੇਖੋ ਇਹ ਕਾਫੀ ਜ਼ਿਆਦਾ ਥੋੜ੍ਹਾ ਧਿਆਨ ਦੇਣ ਵਾਲੀ ਗੱਲ ਹੈ। ਇੰਪਲੋਇਮੈਂਟ ਸਟਿਲ ਦੇਖੋ ਕਿੱਥੇ ਜ਼ਿਆਦਾ ਹੈ, 71% ਸੀਗਾ ਐਗਰੀਕਲਚਰ ਵਾਲੇ ਸੈਕਟਰ ਦੇ ਵਿੱਚ, 77 78 ਦੇ ਵਿੱਚ, ਬਟ ਸਟਿਲ ਅੱਜ ਫਿਰ ਕਿੰਨਾ ਹੈ 44%। ਅਜੇ ਵੀ ਜਿਹੜਾ ਹੈ ਪ੍ਰਾਇਮਰੀ ਸੈਕਟਰ ਸਭ ਤੋਂ ਵੱਧ ਇੰਪਲੋਇਮੈਂਟ ਦੇ ਰਿਹਾ ਹੈ ਇੰਡੀਆ ਦੇ ਵਿੱਚ, ਅੰਡਰਸਟੈਂਡ। ਫਾਈਨਲ ਗੁਡਸ ਔਰ ਜਿਹੜੀ ਫਾਈਨਲ ਵੈਲਿਊ ਉਹਦੇ ਬਾਰੇ ਥੋੜ੍ਹੀ ਜਿਹੀ ਡਿਸਕਸ ਕਰ ਲਓ ਕੀ ਚੀਜ਼ ਹੁੰਦੀ ਹੈ। ਫਾਈਨਲ ਗੁਡਸ ਐਂਡ ਸਰਵਿਸ, ਫੋਰ ਐਗਜ਼ਾਮਪਲ ਆ ਫਾਰਮਰ ਹੂ ਸੇਲ ਵੀਟ ਟੂ ਅ ਫਲੋਰ ਮਿਲ, ਉਸਨੇ ਆਪਣੀ ਕਣਕ ਜਿਹੜੀ ਹੈ ਇੱਕ ਉਹ ਆਟੇ ਵਾਲੇ ਜਿਹੜੀ ਮਿਲ ਹੁੰਦੀ ਹੈ ਫਲੋਰ ਮਿਲ, ਉਹਨਾਂ ਨੂੰ ਵੇਚੀ 8 ਰੁਪੀਜ਼ ਪਰ kg ਦੇ ਹਿਸਾਬ ਨਾਲ। ਮਿਲ ਵਾਲੇ ਨੇ ਉਸ ਵੀਟ ਨੂੰ ਗ੍ਰਾਈਂਡ ਕੀਤਾ ਔਰ ਉਹਦਾ ਵੀਟ ਫਲੋਰ ਬਣਾ ਦਿੱਤਾ ਔਰ ਫਲੋਰ ਅੱਗੇ ਸੇਲ ਕਰ ਦਿੱਤਾ ਕਿਸੇ ਬੇਕਰੀ ਜਾਂ ਬਿਸਕੁਟ ਕੰਪਨੀ ਨੂੰ 10 ਰੁਪੀਜ਼ ਪਰ kg, 2 ਰੁਪਏ ਇਹਨੇ ਐਕਸਟਰਾ ਜਿਹੜੇ ਆਪਣਾ ਖਰਚਾ ਉਹ ਵਿੱਚੋਂ ਲੈ ਲਿਆ। The biscuit company used the flour and things such as sugar and oil to make 4 packet of biscuits. ਉਹਨਾਂ ਨੇ ਉਸ 1 ਕਿਲੋ ਦੇ ਪਿੱਛੇ 4 ਪੈਕਟ ਬਿਸਕੁਟਸ ਦੇ ਬਣਾਏ ਨੇ ਔਰ ਸੇਲ ਕੀਤਾ ਉਹਨਾਂ ਨੂੰ ਮਾਰਕੀਟ ਦੇ ਵਿੱਚ 60 ਰੁਪੀਜ਼ ਦਾ, ਮਤਲਬ 15 ਰੁਪਏ ਪਰ ਪੈਕਟ ਦੇ ਹਿਸਾਬ ਨਾਲ। 10 ਰੁਪਏ ਦੀ ਪ੍ਰਤੀ ਕਿਲੋ ਉਹਨਾਂ ਲਈ ਸੀ ਔਰ ਟੋਟਲ 60 ਰੁਪਏ ਦੇ ਵਿੱਚ ਉਹਨਾਂ ਨੇ ਵੇਚ ਦਿੱਤੀ। ਬਿਸਕੁਟਸ ਆਰ ਦਾ ਫਾਈਨਲ ਗੁਡਸ ਦੈਟ ਰੀਚ ਦਾ ਕੰਜ਼ਿਊਮਰ, ਉਹ ਫਾਈਨਲ ਗੁਡਸ ਨੇ, ਉਹਨਾਂ ਨੂੰ ਅੱਗੇ ਹੋਰ ਕੁਛ ਉਹਨਾਂ ਤੋਂ ਨਹੀਂ ਬਣੇਗਾ, ਸਿਰਫ ਉਹਨਾਂ ਨੂੰ ਖਾਧਾ ਜਾਏਗਾ। ਤਾਂ ਉਹ ਜਿਹੜੀ ਚੀਜ਼ ਹੈ ਉਹ ਹੈ ਫਾਈਨਲ ਗੁੱਡ ਔਰ ਉਹ ਜਿਹੜੀ ਵੈਲਿਊ ਹੈ ਉਹੀ ਹੈ ਫਾਈਨਲ ਵੈਲਿਊ, ਠੀਕ ਹੈ। ਆਪਾਂ ਇਹ ਨਹੀਂ ਕਹਾਂਗੇ ਕਿ ਉਹ 1 ਕਿਲੋ ਕਣਕ ਦੀ ਜਿਹੜੀ ਫਾਈਨਲ ਵੈਲਿਊ 8 ਰੁਪਏ ਨਹੀਂ ਹੈ ਬੇਟਾ, ਉਸ 1 ਕਿਲੋ ਕਣਕ ਦੀ ਜਿਹੜੀ ਫਾਈਨਲ ਵੈਲਿਊ ਉਹ ਕਿੰਨੀ ਹੈ 60 ਰੁਪਏ। ਇੱਥੋਂ ਤੁਹਾਨੂੰ ਇਹ ਵੀ ਚੀਜ਼ ਪਤਾ ਚੱਲੇਗੀ ਕਿ ਦੇਖੋ ਕਿਸਾਨ ਨੂੰ ਉਸਦਾ ਹਿੱਸਾ ਕਿੰਨਾ ਮਿਲਦਾ ਹੈ ਔਰ ਜਿਹੜੇ ਇੰਡਸਟਰੀਅਲਿਸਟ ਨੇ ਉਹ ਕਿੰਨਾ ਜ਼ਿਆਦਾ ਵੱਧ ਕਮਾਉਂਦੇ ਨੇ। ਕਿਸਾਨ ਨੂੰ ਆਪਣੀ ਚੀਜ਼ ਪੈਦਾ ਕਰਨ ਦੇ ਲਈ ਸਿਰਫ ਮਿਲੇ ਨੇ 8 ਰੁਪਏ ਔਰ ਇੰਡਸਟਰੀਅਲਿਸਟ ਨੇ ਉਹਦੇ ਤੋਂ ਕਿੰਨੇ ਪੈਸੇ ਲੈ ਲਏ ਨੇ 60 ਰੁਪਏ। ਦੇ ਆਰ 52 ਰੁਪੀਜ਼ ਡਿਫਰੈਂਸ। ਉਹ ਐਵੇਂ ਹੀ ਨਹੀਂ ਵਿਚਾਰੇ ਬੈਠੇ ਹੋਏ ਧਰਨਿਆਂ 'ਤੇ, ਉਹਨਾਂ ਨੂੰ ਵੀ ਥੋੜ੍ਹੀ ਦਿੱਕਤਾਂ ਹੈ ਤਦ ਕਰਕੇ। ਨੈਕਸਟ ਅੱਗੇ ਚੱਲਦੇ ਹਾਂ। GDP ਦੀ ਫੁੱਲ ਫੋਰਮ ਬੇਟਾ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਯਾਦ ਰੱਖਿਓ ਪੁੱਛੀ ਜਾਏਗੀ।
ਓਕੇ। ਔਰ GDP ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕੋਈ ਕੰਟਰੀ ਜਿਹੜੀ ਉਹ ਕਿੰਨੀ ਕੁ ਜ਼ਿਆਦਾ ਵੱਡੀ ਹੈ। ਜਿੰਨੀਆਂ ਵੀ ਕਿਸੇ ਵੀ ਕੰਟਰੀ ਦੇ ਵਿੱਚ, ਫੋਰ ਐਗਜ਼ਾਮਪਲ ਇਹ ਇੱਕ ਕੰਟਰੀ ਹੈ, ਇਸ ਕੰਟਰੀ ਦੇ ਅੰਦਰ ਅੰਦਰ ਇੱਥੇ ਅੰਦਰ ਇੱਕ ਸਾਲ ਦੇ ਵਿੱਚ ਕੁੱਲ ਟੋਟਲ ਕਿੰਨੀਆਂ ਜਿਹੜੀਆਂ ਨੇ ਉਹ ਗੁੱਡਸ ਪੈਦਾ ਹੋਈਆਂ ਔਰ ਸਰਵਿਸਿਜ਼ ਪੈਦਾ ਹੋਈਆਂ, ਉਹਨਾਂ ਸਾਰੀਆਂ ਦੀ ਫਾਈਨਲ ਵੈਲਿਊ ਦਾ ਆਪਾਂ ਜਦੋਂ ਸਮ ਕਰ ਦਿੰਦੇ ਹਾਂ ਤਾਂ ਉਹ ਬਣ ਜਾਂਦੀ ਹੈ ਤੁਹਾਡੀ GDP। ਠੀਕ ਹੈ। ਔਰ GDP ਜਿੰਨਾ ਜ਼ਿਆਦਾ ਹੋਏਗੀ ਕੰਟਰੀ ਉਨੀ ਹੀ ਜ਼ਿਆਦਾ ਸਟਰੋਂਗ ਔਰ ਵੱਡੀ ਹੋਏਗੀ। ਟਰਸ਼ਰੀ ਸੈਕਟਰ ਆਪਾਂ ਦੇਖਿਆ ਕਿ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਉਹਦੇ ਪਿੱਛੇ ਵਜ੍ਹਾ ਕੀ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਬੇਸਿਕ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਸਾਨੂੰ। ਸਾਰੀਆਂ ਬੇਸਿਕ ਸਰਵਿਸਿਜ਼, ਹੈਲਥ, ਐਜੂਕੇਸ਼ਨ ਔਰ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਬੇਸਿਕ ਸਰਵਿਸ ਨੇ ਉਹ ਸਾਰੀਆਂ ਇਹਦੇ ਵਿੱਚ ਆਉਂਦੀਆਂ ਨੇ। ਇਸ ਕਰਕੇ ਇਹ ਗਰੋ ਕਰ ਰਿਹਾ ਕਿਉਂਕਿ ਪਾਪੂਲੇਸ਼ਨ ਵੱਧ ਗਈ। ਉਹ ਪਾਪੂਲੇਸ਼ਨ ਵਧਣ ਦੇ ਨਾਲ ਉਹ ਸਰਵਿਸਿਜ਼ ਦੀ ਜ਼ਿਆਦਾ ਲੋੜ ਪੈ ਗਈ, ਇਸ ਕਰਕੇ ਸੈਕਟਰ ਗਰੋ ਕਰਨ ਲੱਗ ਪਿਆ। ਦੂਜੀ ਚੀਜ਼ 77 ਔਰ 70-80 ਵਾਲੇ ਦਸ਼ਕ ਤੋਂ ਲੈ ਕੇ ਜਦੋਂ ਆਪਾਂ ਅੱਜ ਦੀ ਗੱਲ ਕਰਦੇ ਹਾਂ 2020 ਤੋਂ 20 ਵਾਲੇ ਦਸ਼ਕ ਦੀ, ਤਾਂ ਇਹਦੇ ਵਿੱਚ ਜਿਹੜੀ ਹੈ ਟਰਾਂਸਪੋਰਟ ਦੇ ਮੀਨਸ ਔਰ ਕਮਿਊਨੀਕੇਸ਼ਨ ਦੇ ਮੀਨਸ ਨੇ ਬਹੁਤ ਜ਼ਿਆਦਾ ਗਰੋ ਕਰ ਦਿੱਤਾ ਹੈ। ਰੋਡਸ ਬਹੁਤ ਵੱਡੇ ਵੱਡੇ ਵਧੀਆ ਬਣ ਚੁੱਕੇ ਨੇ, ਘਰ ਘਰ ਜਿਹੜੀਆਂ ਨੇ ਉਹ ਗੱਡੀਆਂ ਆ ਚੁੱਕੀਆਂ ਨੇ। ਇਸ ਕਰਕੇ ਵੀ ਸਰਵਿਸ ਸੈਕਟਰ ਜਿਹੜਾ ਉਹ ਜ਼ਿਆਦਾ ਗਰੋ ਕਰ ਰਿਹਾ ਹੈ। ਲੋਕਾਂ ਦੀ ਨਾ ਬੇਟੇ ਇਨਕਮ ਦੇ ਵਿੱਚ ਵੀ ਵਾਧਾ ਹੋਇਆ ਹੈ, ਔਰ ਜਿਵੇਂ ਜਿਵੇਂ ਇਨਕਮ ਵੱਧਦੀ ਜਾਂਦੀ ਹੈ ਉਵੇਂ ਉਵੇਂ ਜਿਹੜੀਆਂ ਨੇ ਸਰਵਿਸਿਜ਼ ਦੀ ਡਿਮਾਂਡ ਵੀ ਵੱਧਦੀ ਜਾਂਦੀ ਹੈ। ਤੁਹਾਡੀ ਜੇਬ ਵਿੱਚ ਪੈਸੇ ਨੇ ਤਾਂ ਤੁਹਾਨੂੰ ਖਾਣਾ ਬਣਾਉਣ ਦੀ ਜ਼ਰੂਰਤ ਨਹੀਂ। ਜ਼ੋਮੈਟੋ ਵਾਲੇ ਜਿਹੜੇ ਨੇ ਜਾਂ ਸਵੀਗੀ ਵਾਲੇ ਜਿਹੜੇ ਨੇ ਉਹ ਤੁਹਾਡੇ ਡੋਰ ਦੇ ਉੱਪਰ ਜਿਹੜਾ ਹੈ ਫੂਡ ਡਿਲੀਵਰ ਕਰ ਜਾਂਦੇ ਨੇ ਔਰ ਪੈਸੇ ਲੈ ਜਾਂਦੇ ਨੇ। ਇਹ ਕੀ ਹੈ? ਇੱਕ ਸਰਵਿਸ ਦੀ ਟਾਈਪ ਹੈ। ਓਕੇ। ਫਲਿੱਪਕਾਰਟ ਤੋਂ, ਐਮਾਜ਼ੋਨ ਤੋਂ ਤੁਸੀਂ ਕੁਝ ਵੀ ਔਨਲਾਈਨ ਜਿਹੜਾ ਹੈ ਉਹ ਘਰੇ ਬੈਠੇ ਸ਼ਾਪਿੰਗ ਕਰ ਸਕਦੇ ਹੋ। ਚੀਜ਼ ਜਿਹੜੀ ਉਹ ਤੁਹਾਡੇ ਘਰ ਆ ਜਾਂਦੀ ਹੈ ਔਰ ਪੈਸੇ ਲੈ ਜਾਂਦੇ ਨੇ। ਇਟਸ ਅ ਟਾਈਪ ਆਫ ਸਰਵਿਸ। ਜਿਵੇਂ ਜਿਵੇਂ ਸਾਡੀ ਇਨਕਮ ਦੇ ਵਿੱਚ ਵਾਧਾ ਹੋ ਰਿਹਾ ਹੈ ਉਸੇ ਤਰੀਕੇ ਨਾਲ ਦੀ ਨਾਲ ਹੀ ਸਰਵਿਸਿਜ਼ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਔਰ ਇਹ ਜਿਹੜੀਆਂ ਵੀ ਸਰਵਿਸ ਆਪਾਂ ਹੁਣੇ ਡਿਸਕਸ ਕੀਤੀਆਂ, ਜ਼ੋਮੈਟੋ, ਸਵੀਗੀ, ਫਲਿੱਪਕਾਰਟ, ਐਮਾਜ਼ੋਨ, ਇਹ ਸਾਰੀਆਂ ਕੀ ਨੇ? ਦੀਜ਼ ਆਰ ਨਿਊ ਸਰਵਿਸਿਜ਼। ਇਹ ਨਵੀਆਂ ਸਰਵਿਸਿਜ਼ ਆਈਆਂ ਨੇ। ਇਹਨਾਂ ਦੇ ਆਉਣ ਦੇ ਨਾਲ ਸੈਕਟਰ ਦੇ ਵਿੱਚ ਤਾਂ ਵਾਧਾ ਹੋਣਾ ਹੀ ਸੀਗਾ। ਸੋ ਇਹੀ ਵਜ੍ਹਾ ਹੈ ਕਿ ਜਿਹੜਾ ਤੁਹਾਡਾ ਟਰਸ਼ਰੀ ਸੈਕਟਰ ਹੈ ਉਹ ਜ਼ਿਆਦਾ ਗਰੋ ਕਰ ਰਿਹਾ ਹੈ। ਅਨਇੰਪਲੋਇਮੈਂਟ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਬੇਟੇ। ਆਪਣੀ ਕੰਟਰੀ ਦੇ ਵਿੱਚ ਨਾ ਆਪਾਂ ਦੇਖ ਲਿਆ ਕਿ ਅਜੇ ਵੀ 41% ਜਿਹੜੇ ਨੇ ਉਹ ਕਿੱਥੇ ਵਰਕ ਕਰ ਰਹੇ ਨੇ? ਉਹ ਸਾਰੇ ਵਰਕ ਕਰ ਰਹੇ ਨੇ ਪ੍ਰਾਇਮਰੀ ਸੈਕਟਰ ਦੇ ਵਿੱਚ। ਠੀਕ ਹੈ। ਬਟ ਮੈਜੋਰਿਟੀ ਆਫ ਵਰਕਰ ਇਨ ਦਿਸ ਸੈਕਟਰ ਆਰ ਅੰਡਰ ਇੰਪਲੋਇਡ। ਅੰਡਰ ਇੰਪਲੋਇਡ ਕੀ ਹੁੰਦਾ ਹੈ? ਦੇਖੋ, ਸਪੋਜ਼ ਕਰੋ ਇੱਕ ਖੇਤਾਂ ਦੇ ਵਿੱਚ ਜਿਹੜੇ ਨੇ ਇੱਕ ਫਾਦਰ ਔਰ ਉਸਦੇ 3 ਬੱਚੇ ਕੰਮ ਕਰ ਰਹੇ ਨੇ। ਟੋਟਲ 4 ਪਰਸਨ ਖੇਤ ਵਿੱਚ ਕੰਮ ਕਰ ਰਹੇ ਨੇ, ਲੇਕਿਨ ਉਸ ਖੇਤ ਦੇ ਵਿੱਚ ਕੰਮ ਕਰਨ ਲਈ ਨੀਡਡ ਕਿੰਨੇ ਨੇ? ਨੀਡਡ ਹੈ ਓਨਲੀ 1 ਪਰਸਨ। ਸਿਰਫ 1 ਪਰਸਨ ਚਾਹੀਦਾ ਹੈ ਕੰਮ ਕਰਨ ਦੇ ਲਈ, ਤਾਂ 3 ਪਰਸਨ ਉੱਥੇ ਵੱਖਰੇ ਲੱਗੇ ਹੋਏ ਨੇ। ਅਗਰ ਆਪਾਂ ਉਹਨਾਂ ਤਿੰਨਾਂ ਨੂੰ ਉਹਦੇ ਵਿੱਚੋਂ ਹਟਾ ਦਿੰਦੇ ਹਾਂ, ਠੀਕ ਹੈ, ਉਹ 3 ਬੰਦੇ ਜਿਹੜੇ ਆਪਾਂ ਉੱਥੋਂ ਹਟਾ ਦਿੱਤੇ ਔਰ ਉਹਨਾਂ ਨੂੰ ਹਟਾਉਣ ਦੇ ਨਾਲ ਜਿਹੜਾ ਹੈ ਖੇਤ ਦੀ ਪ੍ਰੋਡਕਸ਼ਨ ਦੇ ਉੱਪਰ ਕੋਈ ਫਰਕ ਨਹੀਂ ਪਿਆ, ਤਾਂ ਇਸ ਦਾ ਮਤਲਬ ਉਹ ਤਿੰਨੋਂ ਜਿਹੜੇ ਉੱਥੇ ਲੱਗੇ ਹੋਏ ਸੀ ਉਹਨਾਂ ਦੇ ਹਟਣ ਦੇ ਨਾਲ ਜਾਂ ਉੱਥੇ ਲੱਗਣ ਦੇ ਨਾਲ ਪ੍ਰੋਡਕਸ਼ਨ ਨਹੀਂ ਵਧੇਗੀ। ਪ੍ਰੋਡਕਸ਼ਨ ਖੇਤ ਦੀ ਉਨੀ ਰਹਿ ਰਹੀ ਹੈ। ਤਾਂ ਉਹ ਤਿੰਨੋਂ ਦੇ ਤਿੰਨੋਂ ਕਿਹੜੇ ਨੇ? ਅੰਡਰ ਇੰਪਲੋਇਡ ਸੀਗੇ ਜਾਂ ਡਿਸਗਸਡ ਇੰਪਲੋਇਡ ਸੀਗੇ ਜਾਂ ਹਿਡਨ ਅਨਇੰਪਲੋਇਮੈਂਟ ਸੀਗੀ ਉਹ। ਠੀਕ ਹੈ। ਦੇਖਣ ਨੂੰ ਉਹ ਕੰਮ ਕਰ ਰਹੇ ਲੱਗ ਰਹੇ ਨੇ, ਲੇਕਿਨ ਐਕਚੁਅਲ 'ਚ ਉਹਨਾਂ ਦੇ ਕੰਮ ਨਾਲ ਪ੍ਰੋਡਕਸ਼ਨ 'ਤੇ ਫਰਕ ਨਹੀਂ ਪੈ ਰਿਹਾ। ਤਾਂ ਉਹ ਕੀ ਹੈ? ਹਿਡਨ ਅਨਇੰਪਲੋਇਮੈਂਟ, ਛੁਪੀ ਹੋਈ ਬੇਰੁਜ਼ਗਾਰੀ। ਰਾਈਟ। ਸੋ ਇਹ ਕੀ ਹੈ ਕਿ ਜਦੋਂ ਤੁਹਾਡਾ ਪ੍ਰੋਡਕਸ਼ਨ ਜਿਹੜੀ ਉਹ ਇਫੈਕਟ ਨਹੀਂ ਹੁੰਦੀ ਤਾਂ ਉਹ ਉੱਥੇ ਜਿਹੜੇ ਲੋਕ ਜਿਹੜੇ ਵਰਕ ਕਰ ਰਹੇ ਹੁੰਦੇ ਨੇ, ਅਗਰ ਉਹਨਾਂ ਨੂੰ ਹਟਾ ਦਈਏ, ਪ੍ਰੋਡਕਸ਼ਨ 'ਤੇ ਫਰਕ ਨਾ ਪਵੇ, ਤਾਂ ਉਹਨਾਂ ਨੂੰ ਆਪਾਂ ਅੰਡਰ ਇੰਪਲੋਇਡ ਬੋਲਦੇ ਹਾਂ। ਇਟ ਇਜ਼ ਆਲਸੋ ਕਾਲਡ ਡਿਸਗਸਡ ਅਨਇੰਪਲੋਇਮੈਂਟ। ਇਹ ਤੁਹਾਨੂੰ ਚੀਜ਼ ਪੁੱਛੀ ਜਾਏਗੀ। ਹੁਣ ਇਸ ਅਨਇੰਪਲੋਇਮੈਂਟ ਨੂੰ ਕਾਬੂ ਕਰਨ ਦੇ ਲਈ ਸਰਕਾਰ ਨੇ ਕੀ ਕੀਤਾ ਹੈ? ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੋਇਆ ਹੈ, ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ 2005। ਇਹਦੇ ਤੋਂ ਤੁਹਾਨੂੰ ਸਵਾਲ ਆਉਂਦਾ ਹੈ ਫੁੱਲ ਫਾਰਮ ਦੇ ਲਈ। ਸ਼ਾਰਟ ਫਾਰਮ ਦੇ ਵਿੱਚ ਇਹਨੂੰ ਬੋਲਦੇ ਨੇ ਮਨਰੇਗਾ। 2005 'ਚ ਬੇਟੇ ਇਹ ਸਟਾਰਟ ਕੀਤਾ ਗਿਆ ਸੀ। ਟੋਟਲ 625 ਡਿਸਟ੍ਰਿਕਟ ਦੇ ਵਿੱਚ ਜਿਹੜਾ ਇਹ ਇੰਪਲੀਮੈਂਟ ਕੀਤਾ ਗਿਆ ਇਹ ਕਾਨੂੰਨ। ਇਹ ਕਾਨੂੰਨ ਹੈ ਕਿ ਸਰਕਾਰ ਜਿਹੜਾ ਹੈ ਰੂਰਲ ਖੇਤਰ, ਜਿਹੜੇ ਪੇਂਡੂ ਖੇਤਰ ਦੇ ਵਿੱਚ ਸਾਰੇ ਲੋਕਾਂ ਨੂੰ ਕੰਮ ਦੇਵੇਗੀ। 100 ਦਿਨਾਂ ਦਾ ਗਰੰਟੀਡ ਵਰਕ ਦੇਵੇਗੀ, 100 ਡੇਜ਼ ਦਾ, 100 ਡੇਜ਼ ਗਰੰਟੀਡ ਇੰਪਲੋਇਮੈਂਟ। ਔਰ ਅਗਰ ਇਹ ਗਰੰਟੀਡ ਇੰਪਲੋਇਮੈਂਟ 100 ਡੇਜ਼ ਦੀ ਨਹੀਂ ਦੇ ਪਾਉਂਦੀ ਤਾਂ ਸਰਕਾਰ ਫਿਰ ਉਹਨਾਂ ਨੂੰ ਕੀ ਕਰਦੀ ਹੈ? ਉਹਨਾਂ ਨੂੰ ਕੁਝ ਜਿਹੜਾ ਹੈ ਉਹ ਬੇਰੁਜ਼ਗਾਰੀ ਭੱਤਾ ਜਿਹੜਾ ਉਹ ਪ੍ਰੋਵਾਈਡ ਕਰਵਾਉਂਦੀ ਹੈ। ਯਾਦ ਰੱਖ ਲਿਓ, ਇਹਦੇ ਤੋਂ 2-3 ਤੁਹਾਨੂੰ ਕੁਐਸਚਨ ਆਉਂਦੇ ਹੁੰਦੇ ਨੇ। ਇੱਕ ਤਾਂ ਇਹ ਕਦੋਂ ਲਾਗੂ ਹੋਇਆ, ਇਹਦੇ ਵਿੱਚ ਕਿੰਨੇ ਦਿਨਾਂ ਦਾ ਇੰਪਲੋਇਮੈਂਟ ਮਿਲਦਾ ਹੈ, ਔਰ ਇਹਦੀ ਫੁੱਲ ਫਾਰਮ ਵਗੈਰਾ ਕੀ ਹੈ। ਔਰਗਨਾਈਜ਼ ਔਰ ਅਨਆਰਗਨਾਈਜ਼ ਸੈਕਟਰ ਦੇ ਵਿੱਚ ਦੇਖੋ, ਇਹ ਨੇ ਜੀ ਕਾਂਤਾ ਜੀ। ਇਹ ਭੈਣ ਜੀ ਕੰਮ ਕਰਦੇ ਨੇ ਕਿਸੇ ਬੈਂਕ ਦੇ ਵਿੱਚ ਕਲੈਰੀਕਲ ਤੌਰ 'ਤੇ, ਔਰ ਇਹ ਨੇ ਭਾਈ ਸਾਹਿਬ ਜਿਹੜੇ ਕਮਲ ਨੇ, ਇਹ ਕਿਸੇ ਸ਼ੌਪ ਦੇ ਵਿੱਚ ਵਰਕ ਕਰਦੇ ਨੇ। ਹੁਣ ਦੇਖੋ, ਬੈਂਕ ਵਾਲੇ ਨੇ ਤਾਂ ਇੰਨਾ ਕੁ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਇਹ ਜਦੋਂ ਜਾਂਦੇ ਨੇ ਇਹਨਾਂ ਦੇ ਜਾਣ ਦਾ ਵੀ ਇੱਕ ਪਰਟੀਕੂਲਰ ਟਾਈਮ ਹੈ ਔਰ ਆਉਣ ਦਾ ਵੀ ਇੱਕ ਪਰਟੀਕੂਲਰ ਟਾਈਮ ਹੈ। ਲੇਕਿਨ ਇਹ ਭਾਈ ਸਾਹਿਬ ਦਾ ਨਾ ਤਾਂ ਕੋਈ ਜਾਣ ਦਾ ਟਾਈਮ ਹੈ ਨਾ ਕੁਝ ਆਉਣ ਦਾ। ਇਹ ਬਹੁਤ ਵਕਤ ਤੇ ਪਹਿਲਾਂ ਚਲੇ ਜਾਂਦੇ ਨੇ, ਜਾ ਕੇ ਦੁਕਾਨ ਖੋਲ੍ਹਦੇ ਨੇ, ਸਫਾਈ ਕਰਦੇ ਨੇ। ਔਰ ਅਗਰ ਬਹੁਤ ਸਾਰੇ ਕਸਟਮਰ ਆ ਗਏ ਸ਼ਾਮ ਨੂੰ ਦੁਕਾਨ ਵਿੱਚ ਤਾਂ ਇਹਨਾਂ ਨੂੰ ਆਉਂਦੇ ਹੋਏ ਵੀ ਲੇਟ ਹੋ ਜਾਂਦਾ ਹੈ। ਖਾਣਾ ਖਾਣ ਦਾ ਵੀ ਕੋਈ ਪੱਕਾ ਟਾਈਮ ਨਹੀਂ ਇਹਨਾਂ ਦੇ, ਖਾਣਾ ਖਾਣ ਦਾ ਵੀ ਕੋਈ ਪੱਕਾ ਟਾਈਮ ਹੈ।
ਇਹਨਾਂ ਦੀ ਜੋਬ ਜਿਹੜੀ ਉਹ ਸਿਕਿਉਰ ਹੈ, ਇਹਨਾਂ ਦੀ ਜੋਬ ਜਿਹੜੀ ਉਹ ਸਿਕਿਉਰ ਨਹੀਂ ਹੈ, ਕਿਸੇ ਵੀ ਟਾਈਮ ਕੱਢੇ ਜਾ ਸਕਦੇ ਨੇ। ਵਰਕਿੰਗ ਕੰਡੀਸ਼ਨ ਕੋਈ ਬਹੁਤੀਆਂ ਨਹੀਂ ਹੈ, ਸੈਲਰੀਜ਼ ਦਾ ਵੀ ਬਹੁਤ ਜ਼ਿਆਦਾ ਫਰਕ ਹੈ। ਸੋ ਇਹੀ ਡਿਫਰੈਂਸ ਹੈ ਆਰਗੇਨਾਈਜ਼ ਔਰ ਅਨਆਰਗੇਨਾਈਜ਼ ਸੈਕਟਰ ਦਾ। ਜਿਹੜੇ ਬੈਂਕ ਨੇ ਬੇਟਾ, ਇਹ ਆਉਂਦੇ ਨੇ ਸਰਕਾਰ ਦੇ ਕਾਨੂੰਨਾਂ ਦੇ ਅੰਡਰ ਆਉਂਦੇ ਨੇ, ਗਵਰਨਮੈਂਟ ਦੀਆਂ ਪੋਲਿਸੀਜ਼ ਲਾਗੂ ਹੁੰਦੀਆਂ ਨੇ। ਇਹ ਇੱਕ ਦੁਕਾਨ ਹੈ, ਦੁਕਾਨ ਦੇ ਉੱਤੇ ਸਰਕਾਰ ਦੀਆਂ ਉਹ ਬਣਾਈਆਂ ਪੋਲਿਸੀਜ਼ ਲਾਗੂ ਨਹੀਂ ਹੁੰਦੀਆਂ, ਤਾਂ ਇਹਨੂੰ ਆਪਾਂ ਕਵਾਂਗੇ ਅਨਆਰਗੇਨਾਈਜ਼ ਸੈਕਟਰ। ਇਹਨੂੰ ਅਸੀਂ ਕਵਾਂਗੇ ਆਰਗੇਨਾਈਜ਼ਡ ਸੈਕਟਰ, ਜਿੱਥੇ ਸਰਕਾਰ ਦੇ ਬਣਾਏ ਹੋਏ ਲਾਜ਼ ਵਗੈਰਾ ਜਿਹੜੇ ਨੇ ਉਹ ਇੰਪਲੀਮੈਂਟ ਹੁੰਦੇ ਨੇ। Organized sector which cover those people of work which are under the control of government or the term of employment are regular and people have regular work, ਉਹਨੂੰ ਕੀ ਬੋਲੋਗੇ? Organized sector। ਲੋਕਾਂ ਦੀ ਜਿਹੜੀ ਜ਼ਿੰਦਗੀ ਉਹ ਥੋੜ੍ਹੀ ਜਿਹੀ ਸੁਖਾਲੀ ਹੁੰਦੀ ਹੈ, ਸੈਲਰੀਆਂ ਚੰਗੀਆਂ ਹੁੰਦੀਆਂ ਨੇ। ਬਟ ਅਨਆਰਗੇਨਾਈਜ਼ ਸੈਕਟਰ ਵਿਚ ਇਜ਼ ਆਊਟਸਾਈਡ ਆਫ ਦਾ ਗਵਰਨਮੈਂਟ ਕੰਟਰੋਲ, ਜਿੱਥੇ ਸਰਕਾਰ ਦਾ ਕੰਟਰੋਲ ਨਹੀਂ ਹੁੰਦਾ। ਡਿਫਰੈਂਸ, ਆਰਗੇਨਾਈਜ਼ ਸੈਕਟਰ ਦੀਆਂ ਜਿਹੜੀਆਂ ਫਰਮ ਹੁੰਦੀਆਂ ਨੇ ਬੇਟੇ, ਸਰਕਾਰ ਕੋਲ ਰਜਿਸਟਰ ਹੁੰਦੀਆਂ ਨੇ ਜਾਂ ਸਰਕਾਰੀ ਫਰਮ ਹੀ ਹੁੰਦੀਆਂ ਨੇ। ਟਰਮ ਆਫ ਇੰਪਲੋਇਮੈਂਟ ਆ ਰੈਗੂਲਰ ਹੁੰਦੀਆਂ ਨੇ। ਗਵਰਨ ਕਾਹਦੇ ਨਾਲ ਹੁੰਦੀਆਂ ਨੇ? ਸਰਕਾਰੀ ਕਾਨੂੰਨ ਬਣੇ ਹੁੰਦੇ ਨੇ। ਐਗਜ਼ਾਮਪਲ ਕੀ ਹੈ? ਬੈਂਕ, ਸਕੂਲ, ਹੌਸਪੀਟਲ, ਗਵਰਨਮੈਂਟ ਆਫਿਸ। ਅਨਆਰਗੇਨਾਈਜ਼ ਸੈਕਟਰ ਜਿਹੜੇ ਨੇ ਉਹ ਸਰਕਾਰ ਕੋਲ ਕਿਸੇ ਵੀ ਤਰੀਕੇ ਨਾਲ ਰਜਿਸਟਰਡ ਨਹੀਂ ਹੁੰਦੇ, ਔਰ ਇੰਪਲੋਇਮੈਂਟ ਦੀਆਂ ਟਰਮਸ ਜਿਹੜੀਆਂ ਉਹ ਰੈਗੂਲਰ ਨਹੀਂ ਹੁੰਦੀਆਂ, ਨਾ ਹੀ ਕੋਈ ਕਾਨੂੰਨ ਉਹਦੇ ਉੱਤੇ ਲਾਗੂ ਹੁੰਦਾ ਹੈ। ਬ੍ਰਿਕ ਫੈਕਟਰੀ ਮਤਲਬ ਬ੍ਰਿਕ ਕਿਲਨ, ਜਿਹਨੂੰ ਤੁਸੀਂ ਭੱਠਾ ਵੀ ਬੋਲ ਦਿੰਦੇ ਹੋ, ਜਿੱਥੇ ਇੱਟਾਂ ਵਗੈਰਾ ਬਣਦੀਆਂ ਨੇ, ਉਹ ਡੇਲੀ ਜੋਬਰ ਮਤਲਬ ਜਿਹੜੇ ਰੋਜ਼ਮਰਾ ਦਿਹਾੜੀ ਕਰਨ ਵਾਲੇ ਲੋਕ ਨੇ, ਉਹ ਇਹਦੇ ਵਿੱਚ ਆਉਂਦੇ ਨੇ। ਡਿਫਰੈਂਸ ਯਾਦ ਰੱਖਿਓ, ਸ਼ਾਰਟ ਕੁਐਸਚਨ ਜਿਹੜਾ ਹੁੰਦਾ ਉਹਦੇ ਲਈ ਆ ਸਕਦੇ ਨੇ। ਸੈਕਟਰਸ ਇਨ ਟਰਮ ਆਫ ਓਨਰਸ਼ਿਪ, ਪਬਲਿਕ ਐਂਡ ਪ੍ਰਾਈਵੇਟ ਸੈਕਟਰ। ਪਬਲਿਕ ਸੈਕਟਰ ਔਰ ਪ੍ਰਾਈਵੇਟ ਸੈਕਟਰ ਦੇ ਡਿਫਰੈਂਸ ਦੇਖੋ। ਪਬਲਿਕ ਸੈਕਟਰ ਜਿਹੜਾ ਬੇਟੇ ਉਹ ਕੰਟਰੋਲ ਕਿਹਦੇ ਦੁਆਰਾ ਹੁੰਦਾ ਹੈ? ਸਰਕਾਰ ਦੁਆਰਾ। ਔਰ ਇਹਦਾ ਮੇਨ ਏਮ ਕੀ ਹੁੰਦਾ ਹੈ? ਵੈਲਫੇਅਰ ਆਫ ਪੀਪਲ। ਇੱਥੋਂ ਕੁਐਸਚਨ ਆਉਂਦਾ ਹੈ। ਇਹ ਲੋਕਾਂ ਦੀ ਵੈਲਫੇਅਰ ਲਈ ਹੁੰਦਾ ਹੈ, ਔਰ ਇਹਦਾ ਮੇਨ ਐਫਰਟ ਜਿਹੜਾ ਹੁੰਦਾ ਉਹ ਕੀ ਹੁੰਦਾ? ਮੈਕਸੀਮਮ ਪ੍ਰੋਫਿਟ ਲੈਣਾ। ਇਹਨਾਂ ਦਾ ਇਹ ਚੀਜ਼ ਹੈ। ਇਹ ਬੇਸਿਕ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ, ਐਜੂਕੇਸ਼ਨ ਔਰ ਹੈਲਥ ਵਰਗੀਆਂ। ਜਦ ਕਿ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਇਹ ਕੰਜ਼ਿਊਮਰ ਗੁੱਡਸ ਦਿੰਦਾ ਹੈ ਲੋਕਾਂ ਨੂੰ। ਪਬਲਿਕ ਸੈਕਟਰ ਦੀਆਂ ਜਿਹੜੀਆਂ ਤੁਹਾਡੀਆਂ ਉਹ ਹੈਗੀਆਂ ਨੇ ਐਗਜ਼ਾਮਪਲਸ, ਇੰਡੀਅਨ ਰੇਲਵੇ, BSNL, ਇੰਡੀਅਨ ਪੋਸਟਲ ਸਰਵਿਸ। ਜਦ ਕਿ ਪ੍ਰਾਈਵੇਟ ਸੈਕਟਰ ਏਅਰਟੈਲ, ਟਾਟਾ, ਬਿਰਲਾ ਔਰ ਰਿਲਾਇੰਸ ਵਰਗੀਆਂ ਜਿਹੜੀਆਂ ਫਰਮਸ ਨੇ ਉਹ ਆਉਂਦੀਆਂ ਨੇ। ਰਾਈਟ ਬੱਚੇ? ਸੋ ਇਹ ਮੇਨ ਆਪਣਾ ਜਿਹੜਾ ਸੀ ਦੋਨਾਂ ਦਾ ਡਿਫਰੈਂਸ ਹੈ, ਪਬਲਿਕ ਦਾ ਔਰ ਪ੍ਰਾਈਵੇਟ ਸੈਕਟਰ ਦਾ। ਪਬਲਿਕ ਸੈਕਟਰ ਮਤਲਬ ਸਰਕਾਰੀ ਸੈਕਟਰ, ਪ੍ਰਾਈਵੇਟ ਸੈਕਟਰ ਮਤਲਬ ਜਿਹੜਾ ਆਮ ਫਰਮਸ ਦਾ ਉਹਨਾਂ ਦਾ। ਇਹ ਸੀਗਾ ਬੇਟੇ ਆਪਣਾ ਪੂਰਾ ਚੈਪਟਰ। ਆਈ ਹੋਪ ਕਿ ਤੁਹਾਨੂੰ ਚੈਪਟਰ ਪੂਰਾ ਚੰਗੀ ਤਰ੍ਹਾਂ ਨਾਲ ਸਮਝ ਲੱਗ ਗਿਆ ਹੋਵੇਗਾ। ਇਫ ਯੂ ਹੈਵ ਐਨੀ ਕੁਐਰੀਜ਼ ਕਾਈਂਡਲੀ ਕਮੈਂਟ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਔਰ ਅਗਰ ਤੁਹਾਨੂੰ ਸਾਡੇ ਵੱਲੋਂ ਕੀਤੇ ਜਾ ਰਹੇ ਐਫਰਟਸ ਬੇਟੇ ਪਸੰਦ ਆ ਰਹੇ ਨੇ, ਦੈਨ ਪਲੀਜ਼ ਇਸ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ, ਔਰ ਆਪਣੇ ਫਰੈਂਡਸ ਨਾਲ ਵੀ ਜਿਹੜਾ